ਪਾਤਰ ਸਾਹਿਬ ਸਿਮਰਨਜੋਤ ਮੱਕੜ ਗੱਲ ਕਰ ਰਹੇ ਹਾਂ ਜੀ। ਜੀ ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ। ਤੁਸੀਂ ਐਲਾਨ ਕੀਤਾ ਹੈ ਜੀ ਅਵਾਰਡ ਵਾਪਸੀ ਦਾ? ਹਾਂਜੀ, ਮੈਂ ਤੁਹਾਨੂੰ ਆਪਣੀ ਵਰਡਿੰਗ ਭੇਜ ਦੇਣਾ ਜੀ WhatsApp ਤੇ। ਸੋ ਬਸ ਮੈਂ ਇਹੀ ਲਿਖਿਆ ਕਿ ਜਿਸ ਬੇਕਦਰੀ ਤੇ ਸੰਵੇਦਨਹੀਣਤਾ ਦੇ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਸ਼ਾਂਤਮਈ ਇਤਿਹਾਸਕ ਅੰਦੋਲਨ ਨਾਲ ਸਲੂਕ ਕੀਤਾ ਹੈ ਜੀ, ਉਸਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ। ਵਾਰ-ਵਾਰ ਕਿਰਤੀਆਂ ਕਿਸਾਨਾਂ ਦੇ ਦੁੱਖ ਨੂੰ ਗੁੰਮਰਾਹ ਹੋਏ ਲੋਕਾਂ ਦੀ ਸਮਝ ਕਹਿ ਕੇ ਜਾਂ ਬੇਸਮਝੀ ਕਹਿ ਕੇ ਇਸ ਲਹਿਰ ਨੂੰ ਨਿਰਾਰਥਕ ਬਣਾਉਣ ਦੀ ਕੋਸ਼ਿਸ਼ ਕਰਨੀ ਕਿਸਾਨੀ ਦੀ ਕਿਰਤ ਦੀ ਅਤੇ ਲੋਕ ਭਾਵਨਾ ਦੀ ਤੋਹੀਨ ਹੈ। ਆਹਤ ਮਨ ਨਾਲ ਮੈਂ ਆਪਣਾ ਪਦਮ ਸ਼੍ਰੀ ਸਨਮਾਨ ਮੋੜਨ ਦਾ ਐਲਾਨ ਕਰਦਾ। ਪਾਤਰ ਸਾਹਿਬ ਪ੍ਰਤੀਕਿਰਿਆਵਾਂ ਵੀ ਆਈਆਂ ਹੁਣੇ। ਇੱਕ ਵੱਡੇ ਮੰਤਰੀ ਕਹਿ ਰਹੇ ਹੈ ਕਿ ਸਿਰਫ ਮਸ਼ਹੂਰੀ ਲੈਣ ਵਾਸਤੇ ਇਸ ਤਰ੍ਹਾਂ ਅਵਾਰਡ ਵਾਪਸ ਕੀਤਾ ਹੈ। ਅੱਛਾ, ਕਿਹੜੇ ਵੱਡੇ ਮੰਤਰੀ ਨੇ? ਰਵੀ ਸ਼ੰਕਰ ਪ੍ਰਸਾਦ ਨੇ ਬੀਜੇਪੀ ਤੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਗੱਲ ਕਹੀ ਹੈ। ਹਾਂ, ਉਹਨੇ ਕਹਿਣਾ ਸੀ ਮੈਂ ਅੱਗੇ ਹੀ ਬਥੇਰਾ ਮਸ਼ਹੂਰ ਹਾਂ, ਮਸ਼ਹੂਰੀ ਦੀ ਮੈਨੂੰ ਹੋਰ ਲਾਲਸਾ ਨਹੀਂ ਹੈਗੀ। ਤਾਂ 2 ਮਹੀਨੇ ਲਗਭਗ ਹੋ ਗਏ, ਅੱਜ ਗੁਰਦਾਸ ਮਾਨ ਵੀ ਆਏ ਇੱਥੇ, ਤੁਸੀਂ ਵੀ ਅਵਾਰਡ ਵਾਪਸੀ ਅੱਜ ਕੀਤੀ ਹੈ। ਤਾਂ ਜੋ ਚਿਹਰੇ ਜਿਨ੍ਹਾਂ ਨਾਲ ਸ਼ਾਇਦ ਗਿਲਾ ਸੀਗਾ ਵੀ 2 ਮਹੀਨਿਆਂ ਤੋਂ ਨਹੀਂ ਬਾਹਰ ਆ ਰਹੇ ਜਾਂ ਆਵਾਜ਼ਾਂ ਨਹੀਂ ਆ ਰਹੀਆਂ, ਤਾਂ ਤੁਸੀਂ ਵੀ ਆਪਣਾ ਯੋਗਦਾਨ ਪਾਇਆ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਝੁਕਣਾ ਚਾਹੀਦਾ ਹੈ? ਵੈਸੇ ਦੇਖੋ, ਮੈਂ ਜੇ ਯੋਗਦਾਨ ਦੀ ਗੱਲ ਆ ਤੇ ਮੈਂ 2 ਨਜ਼ਮਾਂ ਪੰਜਾਬੀ ਟ੍ਰਿਬਿਊਨ 'ਚ ਯਾਨੀ ਇੱਕ ਤਾਂ 20 ਦਿਨ ਪਹਿਲਾਂ ਜੀ ਤੇ ਇੱਕ ਹੁਣੇ, ਸੋ ਮੈਂ ਆਪਣਾ ਯੋਗਦਾਨ ਆਪਣੇ ਤਰੀਕੇ ਨਾਲ ਪਾਉਂਦਾ ਰਿਹਾ। ਤੇ ਬਾਕੀ ਇਹ ਗੱਲ ਹੈ ਕਿ ਝੁਕ ਤਾਂ ਬਹੁਤ ਪਹਿਲਾਂ ਜਾਣਾ ਚਾਹੀਦਾ ਸੀਗਾ ਜੀ, ਕਿਉਂਕਿ ਜਦੋਂ ਇੱਥੇ ਉਹ ਰੇਲਵੇ ਟਰੈਕ ਤੇ ਵੀ ਫਿਰ ਚਲੋ ਉੱਠਣਾ ਵੀ ਉਹਨਾਂ ਨੇ ਪ੍ਰਵਾਨ ਕੀਤਾ। ਔਰ ਹੁਣ ਵੀ ਜਾਨੀ ਜਿਸ ਇੱਕ ਮਿਸਾਲੀ ਕਿਸਮ ਦੀ ਲਹਿਰ ਹੈ ਜੀ ਕਿ ਜਿਹੜਾ ਇੰਨੇ ਵੱਡੇ ਲੋਕ ਔਰ ਇੰਨੀ ਸ਼ਾਂਤੀ ਰੱਖ ਸਕਣੀ ਔਰ ਲੋਕਾਂ ਨਾਲ ਇਸ ਤਰ੍ਹਾਂ ਵਿਵਹਾਰ ਕਰ ਸਕਣਾ ਕਿ ਲੰਗਰ ਆਪ ਵੀ ਛਕ ਰਹੇ ਆ ਤੇ ਸਿਪਾਹੀਆਂ ਨੂੰ ਵੀ ਛਕਾ ਰਹੇ, ਕਿਤੇ ਪੱਤਰਕਾਰਾਂ ਨੂੰ ਵੀ ਛਕਾ ਰਹੇ ਆ। ਸੋ ਮੈਂ ਇਹ ਆਪਣੀ ਕਵਿਤਾ ਮੇਰੀ ਜਿਹੜੀ ਕੱਲ ਛਪੀ ਮੇਲਾ, ਮੈਂ ਚਾਹੁੰਦਾ ਕਿ ਜੇ ਤੁਸੀਂ 2 ਸ਼ਬਦ ਉਹਦੇ ਕਵਿਤਾ ਦੇ ਜ਼ਰੂਰ ਸੁਣਾਓ, ਕਿਉਂਕਿ ਤੁਸੀਂ ਪਿਛਲੀ ਵਾਰ ਸਾਨੂੰ ਇੰਟਰਵਿਊ ਦੇ ਦੌਰਾਨ ਇਹ ਕਿਹਾ, ਇੰਟਰਵਿਊ ਨਹੀਂ ਸੀ, ਫੋਨ ਤੇ ਕਿਹਾ ਸੀਗਾ ਕਿ ਕਵੀ ਦਾ ਕੰਮ ਲਿਖਣਾ ਹੁੰਦਾ ਹੈ ਤੇ ਮੈਂ ਜ਼ਰੂਰ ਲਿਖਿਆ ਇਹਦੇ ਤੇ। ਹਾਂ, ਮਤਲਬ ਲਿਖਿਆ ਵੀ ਹੈ, ਪਰ ਹੁਣ ਜਿੱਦਾਂ ਕਈ ਵਾਰੀ ਹੁੰਦਾ ਕਿ ਪਾਣੀ ਪੁਲਾਂ ਤੋਂ ਲੰਘ ਜਾਂਦਾ। ਹਾਂਜੀ, ਤੇ ਸੋ ਨੈਚੁਰਲੀ ਤੁਹਾਨੂੰ ਹਰ ਤਰ੍ਹਾਂ ਯੋਗਦਾਨ ਪਾਉਣਾ ਪੈਂਦਾ। ਪਾਤਰ ਸਾਹਿਬ, ਜੇ 2 ਸ਼ਬਦ ਉਸ ਨਜ਼ਮ ਦੇ ਜੇ ਤੁਸੀਂ। ਮੈਂ 1 ਮਿੰਟ ਉਹਨੂੰ ਇੱਥੋਂ ਹੁਣ ਹਾਂਜੀ, ਇਹ ਸੀਗੀ ਮੈਂ ਜਿਹੜੀ ਲੇਟੈਸਟ ਮੇਰੀ ਨਜ਼ਮ ਸੀ ਨਾ ਜੀ, ਜਿਹੜੀ ਮੈਂ ਇਸ ਸਮਝੋ ਕਿ ਇਸ ਜਿਹੜਾ ਕਮਾਲ ਦਾ ਇੱਕ ਅੰਦੋਲਨ ਹੈ, ਜਿਹੜਾ ਸਮਝ ਲਓ ਕਿ ਹਿਸਟਰੀ 'ਚ ਲਿਖਿਆ ਜਾਊਗਾ ਜਿਸ ਤਰ੍ਹਾਂ ਸਾਰਾ ਵਿਵਹਾਰ ਕੀਤਾ। ਮੈਂ ਲਿਖਿਆ ਸੀ ਕਿ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ, ਇਹਦੇ ਵਿੱਚ ਲੋਕ ਸ਼ਾਮਲ ਨੇ ਜੀ, ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ। ਇਹ ਮੇਲਾ ਹੈ। ਵਾਹ। ਇਹਦੇ ਵਿੱਚ ਧਰਤ ਸ਼ਾਮਲ, ਬਿਰਖ ਪਾਣੀ ਪੌਣ ਸ਼ਾਮਲ ਨੇ। ਇਹਦੇ ਵਿੱਚ ਸਾਡੇ ਹਾਸੇ, ਸਾਡੇ ਹੰਝੂ, ਸਾਡੇ ਗਾਉਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ। ਵਾਹ ਵਾਹ। ਇਹਦੇ ਵਿੱਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ। ਇਹਦੇ ਵਿੱਚ ਲੋਕ ਮਨ ਦਾ ਸਿਰਜਿਆ ਮਿਥਿਹਾਸ ਸ਼ਾਮਲ ਹੈ। ਇਹਦੇ ਵਿੱਚ ਸਿਦਕ ਸਾਡਾ, ਸਬਰ ਸਾਡੀ ਆਸ ਸ਼ਾਮਲ ਹੈ। ਇਹਦੇ ਵਿੱਚ ਸ਼ਬਦ, ਸੁਰਤੀ, ਧੁਨ ਅਤੇ ਅਰਦਾਸ ਸ਼ਾਮਲ ਹੈ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ। ਸੋ ਇਸ ਤਰ੍ਹਾਂ ਇਹ ਕਾਫੀ ਲੰਬੀ ਨਜ਼ਮ ਹੈ। ਤਾਂ ਤੁਸੀਂ ਆਪਣੇ ਆਪ 'ਚ ਸਮ ਅਪ ਕਰਤਾ, ਕਿਉਂਕਿ ਸਾਡਾ ਅਕਸਰ ਇਹ ਸਵਾਲ ਹੁੰਦਾ ਪਾਤਰ ਸਾਹਿਬ ਕਿਸੇ ਨੂੰ ਵੀ ਕਿ ਇਸ ਸੰਘਰਸ਼ ਨੂੰ ਕਿੰਨਾ ਵੱਡਾ ਦੇਖਦੇ ਹੋ, ਤਾਂ ਤੁਸੀਂ ਆਪਣੀ ਕਵਿਤਾ ਰਾਹੀਂ ਦੱਸਿਆ ਕਿ ਕਿੰਨਾ ਵੱਡਾ ਹੈ। ਹਾਂ, ਮੈਂ ਇਹਨੂੰ ਬਹੁਤ ਵੱਡਾ, ਬਹੁਤ ਗੱਲਾਂ ਤੋਂ ਮੰਨਦਾ ਕਿ ਜਿਸ ਤਰ੍ਹਾਂ ਜੋ ਅਸੀਂ ਪੰਜਾਬ ਤੇ ਕਈ ਵਾਰੀ ਇਲਜ਼ਾਮ ਲਾਉਂਦੇ ਸੀਗੇ ਇਹਨਾਂ ਦੇ ਨੌਜਵਾਨਾਂ ਤੇ ਵੀ ਜਾਂ ਪੰਜਾਬੀਆਂ ਦੇ ਅੱਖੜ ਹੋਣ ਤੇ ਵੀ ਜਾਂ ਉਹਨਾਂ ਦੇ ਹਿੰਸਕ ਹੋਣ ਤੇ ਵੀ, ਸੋ ਇਸ ਅੰਦੋਲਨ ਨੇ ਇੱਕ ਤਾਂ ਵੱਡਾ ਕੰਮ ਇਹ ਕੀਤਾ ਕਿ ਉਹ ਸਾਰੇ ਜਿਹੜੇ ਸੀ ਨਾ ਦਾਗ ਧੋ ਦਿੱਤੇ ਜਾਂ ਲੋਕਾਂ ਦੇ ਝੂਠੇ ਜਿਹੜੇ ਕਿਸਮ ਦੇ ਤੁਹਮਤਾਂ ਧੋ ਦਿੱਤੀਆਂ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਇਹਦੀ ਹੈਗੀ ਹੈ। ਔਰ ਇੰਨੀ ਏਕਤਾ ਦਿਖਾਉਣੀ ਔਰ ਇਹਨਾਂ ਸਾਡੀਆਂ ਧੀਆਂ ਦਾ, ਭੈਣਾਂ ਦਾ, ਮਾਵਾਂ ਦਾ ਸ਼ਾਮਲ ਹੋਣਾ, ਸੋ ਇਹ ਮਤਲਬ ਆਪਣੇ ਆਪ ਵਿੱਚ ਹੀ ਇੱਕ ਬਹੁਤ ਬਹੁਤ ਵੱਡੀ ਗੱਲ ਮੈਂ ਮੰਨਦਾ ਕਿ ਜਿਹੜੀ ਸਾਨੂੰ ਇਹਦੇ 'ਚੋਂ ਆਪਣਾ ਇਤਿਹਾਸ, ਵਿਰਾਸਤ ਸਭ ਦੱਸਦਾ ਕਿ ਅਸੀਂ ਸਬਕ। ਮੈਂ ਲਿਖਿਆ ਸੀ ਕਿ ਇਹਦੇ ਵਿੱਚ ਮੁੱਦਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ
ਇਹਦੇ ਵਿੱਚ ਸੂਫੀਆਂ ਫਕਰਾਂ ਦੇ 14 ਤਬਕ ਸ਼ਾਮਲ ਨੇ। ਹੂੰ ਨਹੀਂ ਇਹ ਭੀੜ ਨਹੀਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ। ਇਹ ਤੁਰਦੇ ਵਾਕ ਦੇ ਵਿੱਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ। ਵਾਹ ਔਰ ਇਹ ਸ਼ੋਭਾ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ, ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫਲਾ ਕੋਈ। ਇਹ ਮੈਂ ਨੂੰ ਛੋੜ ਆਪਾਂ ਤੇ ਅਸੀਂ ਵੱਲ ਚੱਲ ਰਿਹਾ ਹੈ ਕੋਈ। ਇਹਦੇ ਵਿੱਚ ਮੁੱਦਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ। ਇਹ ਉਹ ਕਹਿੰਦੇ ਵੀ ਗੁੰਮਰਾਹ ਹੋਏ ਲੋਕ ਨੇ ਜਾਂ ਇਸ ਤਰ੍ਹਾਂ। ਸੋ ਇਹ ਜਿਹੜੀ ਮੇਰੇ ਮਨ ਦੇ ਗਹਿਰੇ ਅਹਿਸਾਸ, ਜਿਸ ਤਰ੍ਹਾਂ ਮੈਂ ਸਾਰੀ ਗੱਲ ਨੂੰ ਮਹਿਸੂਸ ਕੀਤਾ, ਸੋ ਮੈਂ ਜੁੜਿਆ ਰਿਹਾ ਮੈਂ ਇੱਕ ਚੀਜ਼ ਨਾਲ। ਸੋ ਇਹ ਤੋਂ ਕੁਛ ਜਾਣੀ ਮੇਰੇ ਖਿਆਲ 3 ਹਫ਼ਤੇ ਪਹਿਲਾਂ ਮੇਰੀ ਇੱਕ ਕਵਿਤਾ ਛਪੀ ਸੀ ਵੀ ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਏ। ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣ ਦਾ ਏ। ਔਰ ਆਖੀ ਸੀ ਕਦੇ ਇੱਕ ਪੁਰਖੇ ਨੇ ਜੋ ਬਾਤ ਅਜੇ ਤੱਕ ਹੈ ਸੱਜਰੀ, ਨਹੀਂ ਕੰਮ ਥਕਾਉਂਦਾ ਬੰਦੇ ਨੂੰ ਥਕਾਉਂਦੀ ਬੇਕਦਰੀ। ਵਾਹ ਵਾਹ। ਇਹ ਦੁੱਖ ਉਸੇ ਬੇਕਦਰੀ ਦਾ ਏ, ਸਲ ਉਸੇ ਅਪਮਾਨ ਦਾ ਏ, ਇਹ ਬਾਤ ਨਿਰੀ ਇੰਨੀ ਹੀ ਨਹੀਂ। ਫਿਰ ਸੀ ਕਿ ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ, ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ। ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਉਹਨਾਂ ਦੀ ਸ਼ਾਨ ਦਾ ਏ, ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ। ਬਹੁਤ ਖੂਬ। ਆਖਰੀ ਸਵਾਲ ਹੈ ਜੀ ਮੇਰਾ, ਤੁਹਾਡਾ ਵੀ ਸਮਾਂ ਕੀਮਤੀ ਹੈ। ਤਬਦੀਲੀ ਪਾਤਰ ਸਾਹਿਬ ਕੀ ਦੇਖਦੇ ਹੋ? ਸੰਘਰਸ਼ ਤੋਂ ਬਾਅਦ ਜਿੱਤ ਕਿਹਾ ਜਾ ਰਿਹਾ ਕਿ ਨਿਸ਼ਚਿਤ ਹੋ ਜੂਗੀ, ਪਰ ਤਬਦੀਲੀ, ਸਮਾਜਿਕ ਤਬਦੀਲੀ, ਸਿਆਸੀ ਤਬਦੀਲੀ ਕੀ ਦੇਖਦੇ ਹੋ? ਦੇਖੋ ਮਤਲਬ ਬਹੁਤ ਇਹਦੇ 'ਚ ਤਬਦੀਲੀਆਂ ਜਦੋਂ ਮੁੜਦੇ ਆ, ਇਹਦੇ ਅਖੀਰ 'ਚ ਮੁੜਨ ਬਾਰੇ ਵੀ ਲਿਖਿਆ ਮੈਂ ਉਸ ਤਰ੍ਹਾਂ ਕਿ 1 ਮਿੰਟ ਮੈਨੂੰ ਹੁਣ ਮੈਂ ਕਿਹਾ ਤੁਸੀਂ ਪਰਤੇ ਤਾਂ ਧਰਤੀ ਲਈ, ਤੁਸੀਂ ਪਰਤੋ ਘਰੀ ਰਾਜ਼ੀ ਖੁਸ਼ੀ ਹੈ ਇਹ ਦੁਆ ਮੇਰੀ, ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ ਇਹ ਹੈ ਦੁਆ ਮੇਰੀ। ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ, ਨਵੇਂ ਅਹਿਸਾਸ ਸੱਜਰੀ ਸੋਚ ਤੇ ਤਦਬੀਰ ਹੋ ਕੇ ਹੁਣ, ਮੁਹੱਬਤ ਸਾਦਗੀ ਅਪਣਤ ਦੀ ਤਾਸੀਰ ਹੋ ਕੇ ਹੁਣ, ਇਹ ਇਛਰਾ ਮਾਂ ਤੇ ਪੂਰਨ ਪੁੱਤ ਦੇ ਮੁੜ ਮਿਲਣੇ ਦਾ ਵੇਲਾ ਹੈ, ਇਹ ਮੇਲਾ ਹੈ। ਵਾਹ। ਸੋ ਮੈਂ ਸਮਝਦਾ ਕਿ ਬਹੁਤ ਇਹਦੇ ਨਾਲ ਸਮਾਜਿਕ ਵੀ ਤੇ ਸਾਡੇ ਵਿੱਚ ਮਾਨਸਿਕ ਤਬਦੀਲੀਆਂ ਵੀ ਆਉਣਗੀਆਂ ਤੇ ਪੋਲੀਟੀਕਲ ਤਬਦੀਲੀਆਂ ਵੀ ਆਉਣਗੀਆਂ, ਕਿ ਇੱਕ ਨਵੀਂ ਚੇਤਨਾ, ਮਤਲਬ ਅਸੀਂ ਵੀ ਬਹੁਤ ਜਿਹੜੇ ਸੰਘਰਸ਼ 'ਚ ਸ਼ਾਮਲ ਹੋਏ ਉਹਨਾਂ ਵੀ ਇਹ 'ਚੋਂ ਬਹੁਤ ਕੁਝ ਸਿੱਖਿਆ। ਔਰ ਸਿਰਫ ਕਾਨੂੰਨਾਂ ਦੇ ਵਾਪਸ ਹੋ ਜਾਣ ਨਾਲ ਵੀ ਸਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋਣੀਆਂ। ਜੀ ਕਿ ਬਹੁਤ ਸਮੱਸਿਆ ਨੇ, ਸਾਨੂੰ ਆਪਣੀ ਖੇਤੀ ਬਾਰੇ ਮੁੱਢੋਂ ਸੁੱਢੋਂ ਸੋਚਣਾ ਪਊਗਾ। ਬਹੁਤ ਸਮਝੋ ਭਾਵੇਂ ਅਸੀਂ ਇਹ ਕਰੀਏ ਕਿ ਅਸੀਂ ਨਾਨਕ ਖੇਤੀ ਕਰਨੀ ਆ, ਅਸੀਂ ਆਰਗੈਨਿਕ ਖੇਤੀ ਕਰਨੀ ਆ, ਜਾਂ ਅਸੀਂ ਵੱਧ ਫਸਲਾਂ ਬੀਜਣੀਆਂ, ਹੋਰ ਫਸਲਾਂ ਬੀਜਣੀਆਂ। ਸੋ ਇੱਕ ਪੰਜਾਬ ਦੀ ਪੁਨਰ ਸਿਰਜਣਾ ਦਾ ਸਮਝੋ ਕਿ ਇੱਕ ਦੌਰ ਸ਼ੁਰੂ ਹੋਊਗਾ। ਇਹਦੇ ਵਿੱਚੋਂ ਮੈਂ ਇੱਦਾਂ ਮਹਿਸੂਸ ਕਰਦਾ ਕਿ ਜਿਹੜੇ ਸਬਕ ਸਰਕਾਰਾਂ ਵੀ ਸਿੱਖਣਗੀਆਂ, ਜਿਹੜੇ ਸਬਕ ਅਸੀਂ ਵੀ ਸਿੱਖਾਂਗੇ, ਸਾਡੇ ਨੌਜਵਾਨ ਵੀ, ਔਰ ਅਸੀਂ ਸਮੁੱਚਾ ਪੰਜਾਬ ਔਰ ਸਾਡਾ ਸਾਹਿਤ ਵੀ ਇਹ 'ਚੋਂ ਸਬਕ ਸਿੱਖੇਗਾ। ਤਾਂ ਪੰਜਾਬ ਬਾਰੇ ਬਹੁਤ, ਕਿਉਂਕਿ ਅਸੀਂ ਜਦ ਤੱਕ ਰਾਜਸੀ ਸੋਚਾਂ 'ਚ ਘਿਰੇ ਰਹਿੰਦੇ ਆ ਤੇ ਅਸੀਂ ਬਹੁਤ ਹੀ ਦੂਰ ਤੱਕ ਨਹੀਂ ਸੋਚਦੇ, ਅਸੀਂ ਸਿਰਫ ਇੱਕ ਚੋਣ ਤੋਂ ਦੂਜੀ ਚੋਣ ਤੱਕ ਦੇਖਦੇ ਹਾਂ। ਬਿਲਕੁਲ। ਤੋ ਇਸ ਲਈ ਜਿਹੜਾ ਹੁਣ ਮੈਂ ਸਮਝਦਾ ਕਿ ਜਿੱਦਾਂ ਲੋਕਾਂ ਨੇ ਆਪਣੀ ਏਕਤਾ ਦਿਖਾਈ ਆ, ਤੇ ਮੈਂ ਸਮਝਦਾ ਕਿ ਇਹ ਏਕਤਾ ਬਣੀ ਹੀ ਰਹੇਗੀ। ਇਹ ਮੇਰੀ ਆਸ ਵੀ ਆ ਤੇ ਅਰਦਾਸ ਵੀ ਆ। ਔਰ ਇਹ ਲੋਕ ਆਪਣੇ ਮਸਲਿਆਂ ਦੇ ਸਮਾਧਾਨ ਲਈ ਉਹਨੂੰ ਮਤਲਬ ਇਸ ਤਰ੍ਹਾਂ ਉਹਨੂੰ ਸੋਚਣ, ਅਸੀਂ ਸਾਰੇ ਬੈਠ ਕੇ ਸੋਚੀਏ ਔਰ ਨਵੀਂ ਤਦਬੀਰ, ਕੋਈ ਨਵਾਂ ਤਰੀਕਾ ਸੋਚੀਏ, ਨਵਾਂ ਢੰਗ ਸੋਚੀਏ। ਆਪਣੀ ਸਾਡੀ ਸਭ ਤੋਂ ਵੱਡੀਆਂ ਚੀਜ਼ਾਂ 2 ਜ਼ਰੂਰੀ ਨੇ ਇਸ ਲਈ ਕਿ ਸਾਡੀ ਖੇਤੀ ਔਰ ਸਾਡੀ ਜੋ ਸਿੱਖਿਆ ਪ੍ਰਬੰਧ ਆ, ਕਿ ਅਸੀਂ ਪਿੰਡਾਂ ਦਾ ਜੋ ਹਾਰ ਆ, ਪਿੰਡ ਦਾ ਜੋ ਦਸ਼ਾ ਹੈ। ਸੋ ਮੈਂ ਸਮਝਦਾ ਕਿ ਮੁੱਢੋਂ ਸੁੱਢੋਂ ਆਪਾਂ ਨੂੰ ਕਿ ਇਹ ਸਿਰਫ ਇਸ ਜਿੱਤ ਨਾਲ ਸਾਡੀ ਕਹਾਣੀ ਖਤਮ ਨਹੀਂ ਹੁੰਦੀ ਜੀ। ਅਸੀਂ ਇਸ ਤੋਂ ਅੱਗੇ ਵੀ ਸਾਡਾ ਇੱਕ ਬਹੁਤ ਵੱਡਾ ਰੋਲ ਹੁੰਦਾ ਕਿ ਅਸੀਂ ਇਹ ਵੀ ਸਾਬਤ ਕਰਨਾ ਕਿ ਅਸੀਂ ਜੋ ਅਸੀਂ ਮੰਗਦੇ ਸਾਨੂੰ ਮਿਲਿਆ, ਔਰ ਉਸ ਮੰਗਣ ਤੋਂ ਬਾਅਦ ਅਸੀਂ ਉਹਦਾ ਕੀ ਕੀਤਾ ਜੀ। ਸੋ ਇਹੋ ਸਭ ਸਮਝ ਲਓ ਕਿ ਇੱਕ ਅਧਿਆਇ ਆ ਜਿਸ ਤੋਂ ਅਗਲੇ ਦੂਸਰਾ ਅਧਿਆਇ ਸ਼ੁਰੂ ਹੋਏਗਾ। ਬਹੁਤ ਧੰਨਵਾਦ ਪਾਤਰ ਸਾਹਿਬ, ਸਮਾਂ ਦੇਣ ਵਾਸਤੇ ਸਾਨੂੰ। ਬਹੁਤ ਬਹੁਤ ਸ਼ੁਕਰੀਆ।